ਅੱਜ ਅਸੀਂ ਸਾਰੇ ਬੈਠੇ ਹਾਂ। ਉਹ ਜਿਹੜਾ ਪੁੱਤ ਜਵਾਨ ਪੰਜਾਬ ਦਾ ਗਿਆ ਹੈ, ਉਹਦੇ ਪੇਰੈਂਟਸ ਨੂੰ ਅੱਜ ਜਾ ਕੇ ਦੇਖੀਏ ਵੀ ਸਾਨੂੰ ਉਹਨਾਂ ਨੇ ਕਿੰਨਾ ਘਾਟਾ ਸਹਿਲਿਆ। ਔਰ ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਲਿਆ ਜਾਵੇ ਸ਼ੁਕਲਾ ਸਾਹਿਬ ਕਿ ਇਹ ਬੰਦਾ ਕਾਂਗਰਸ ਪਾਰਟੀ ਤੋਂ ਬਿਲੋਂਗ ਕਰਦਾ ਹੈ, ਇਹਦੇ ਤਾਂ ਗਨਮੈਨ ਲੈ ਲਓ। ਇਹ ਅਕਾਲੀ ਦਲ ਨੂੰ ਬਿਲੋਂਗ ਕਰਦਾ ਹੈ, ਇਹਦੇ ਤਾਂ ਗਨਮੈਨ ਲੈ ਲਓ। ਥ੍ਰੈਟ ਪਰਸੈਪਸ਼ਨ ਵਰਡ ਇੱਕ ਥ੍ਰੈਟ ਪਰਸੈਪਸ਼ਨ ਸੀ, ਕਿਸੇ ਨੇ ਨੋਟਿਸ ਨਹੀਂ ਦਿੱਤਾ। ਥ੍ਰੈਟ ਪਰਸੈਪਸ਼ਨ ਤਾਂ ਕੀ ਕਿਸੇ ਦੀ ਚੈੱਕ ਕਰਨੀ ਸੀ, ਸਿੱਧੇ ਆਰਡਰ ਆਏ ਕਿ ਤੁਸੀਂ ਵਾਪਸ ਆ ਜਾਓ। ਇਟਸ ਬੇਸਿਕਲੀ ਇਲੀਗਲ। ਜੱਜ ਸਾਹਿਬ ਇਸ ਗੱਲ ਤੇ ਬਾਰ-ਬਾਰ ਸਟੇਟ ਨੂੰ ਬੜੇ ਇਨਵਾਈਟ ਸੀਗੇ ਕਿ ਤੁਸੀਂ ਐਟਲੀਸਟ ਉਹਨਾਂ ਦੀ ਵੱਖਰੀ ਜੋ ਉਹਨਾਂ ਨੂੰ ਇੱਥੋਂ ਤੱਕ ਉਹਨਾਂ ਨੇ ਕਿਹਾ ਕਿ ਫਾਲਾ ਜਿਨੇ ਇਹਨੂੰ ਲੀਕ ਕੀਤਾ ਹੈ। ਉਹ ਕਹਿੰਦੇ ਜੀ ਇਨਕੁਆਇਰੀ ਕਰ ਰਹੇ ਹਾਂ, ਇਨਵੈਸਟੀਗੇਸ਼ਨ ਚੱਲ ਰਹੀ ਹੈ, ਕਿੱਦਾਂ ਪਬਲਿਕ ਡੋਮੇਨ 'ਚ ਗਈ। ਸਰ ਇੱਥੇ ਆ ਕੇ ਦੋ ਲੈਪਸਸ ਹੋਏ। ਇੱਕ ਤਾਂ ਤੁਸੀਂ ਸਿਕਿਉਰਿਟੀ ਕਵਰ ਪਹਿਲਾਂ ਤਾਂ ਵਿਡਰੋ ਕੀਤਾ ਹੈ, ਸੈਕੰਡ ਤੁਸੀਂ ਹੁਣ ਉਹਨੂੰ ਖੁੱਲੀ ਪਬਲਿਕ ਡੋਮੇਨ 'ਚ ਛੱਡਤਾ ਕਿ ਜਿਹਦਾ ਵਿਡਰੋ ਕਰਨਾ ਹੈ ਕਰ ਲਓ, ਜਿਹਨੂੰ ਮਾਰਨਾ ਹੈ ਉਹ ਮਾਰ ਲਓ। ਤੁਹਾਡੀ ਸਟੇਟ ਜੋ ਸਟੇਟ ਦਾ ਕ੍ਰਾਈਮ ਰੇਟ ਚੱਲ ਰਿਹਾ ਹੈ, ਉਹ ਅੱਜ ਇਹ ਚੀਜ਼ ਦੱਸ ਰਿਹਾ ਹੈ ਕਿ ਸਿਕਿਉਰਿਟੀ ਜਿਹੜੇ ਕਵਰ ਜਿਹੜੇ ਡਿਗਨਿਟਰੀਜ਼ ਨੇ ਜਾਂ ਪੋਜੀਸ਼ਨਲ ਬੰਦੇ ਨੇ, ਸਰ ਉਹਨਾਂ ਨਾਲ ਤਾਂ ਮੈਨੂੰ ਇਹ ਲੱਗਦਾ ਵੀ ਜਿੱਥੇ ਦੋ ਨੇ ਉੱਥੇ ਤਿੰਨ ਵੀ ਚਾਹੀਦੇ ਨੇ, ਜੋ ਅੱਜ ਦੀ ਕੰਡੀਸ਼ਨ ਹੈ। ਪਰ ਸਾਡੇ ਇੱਥੇ ਤਾਂ ਇੱਕ ਟ੍ਰੈਂਡ ਹੈ ਨਾ ਸਿਕਿਉਰਿਟੀ ਦਾ, ਜਿਹਨੂੰ ਲੋੜ ਆ ਉਹਨੂੰ ਮਿਲਦੀ ਨਹੀਂ ਹੈਗੀ, ਜਿਹਨੂੰ ਲੋੜ ਨਹੀਂ ਵੇਗੀ ਉਹਨਾਂ ਨਾਲ ਬਹੁਤ ਨੇ। ਤੁਸੀਂ ਇਹ ਨਹੀਂ ਕਹਿ ਸਕਦੇ ਅਸੀਂ ਇੱਕ ਚੁਟਕੀ 'ਚ ਖਤਮ ਕਰ ਦਾਂਗੇ, ਨੋ, ਇਹ ਵੇ ਨਹੀਂ ਹੈਗਾ। ਆਪਾਂ ਇਦਾਂ ਨਾ ਕਰ ਦਈਏ। ਗੈਂਗਸਟਰ ਨੇ ਇਹ ਦੇਖੋ ਪੈਦਾ ਕਿੱਥੋਂ ਹੋਏ ਸਟੇਟ 'ਚ। ਤੁਸੀਂ ਇੰਪਲੋਇਮੈਂਟ ਕੀ ਦੇ ਰਹੇ ਹੋ? ਦੇਖੋ ਅੱਜ ਗੈਂਗਸਟਰ ਲਾਰੈਂਸ ਬਿਸ਼ਨੋਈ ਹੈ, ਉਹਦੇ ਨਾਲ 150-200 ਬੰਦਾ ਸ਼ੁਕਲਾ ਸਾਹਿਬ ਨਾਲ ਚੱਲਦਾ ਹੈ। ਇੱਕ ਗੈਂਗਸਟਰ ਨੂੰ ਤੁਸੀਂ ਇੰਨਾ ਪਰ ਲੈ ਕੇ ਵੀ ਹਾਂ ਇਹਨੂੰ ਪ੍ਰੋਟੈਕਸ਼ਨ ਕਵਰ ਦੇਣਾ, ਤੇ ਜੇ ਕਿਸੇ ਨੂੰ ਲੋੜ ਹੈ, ਜਿੱਥੇ ਲੋੜ ਹੈ ਉੱਥੇ ਦੋ ਦੀ ਜਗ੍ਹਾ ਤੇ ਸਟੇਟ ਨੂੰ ਤਿੰਨ ਦੇਣੇ ਚਾਹੀਦੇ ਨੇ। ਕੰਜੂਸੀਆਂ ਨਾ ਕਰੋ, ਕਿਸੇ ਦੀ ਜਾਨ ਤੇ ਨਾ ਖੇਡਿਆ ਜਾਵੇ। ਮੈਨੂੰ ਵੀ ਉਹਨਾਂ ਦਿਨਾਂ ਦੇ ਦੌਰਾਨ ਦੋ ਚੀਜ਼ਾਂ ਹਾਈਲਾਈਟ ਮਤਲਬ ਉਹਨਾਂ ਨੇ ਹੋਈਆਂ। ਇੱਕ ਜਥੇਦਾਰ ਸਾਹਿਬ ਦੀ ਸਿਕਿਉਰਿਟੀ ਤੇ ਦੂਜੀ ਸਿੱਧੂ ਮੂਸੇਵਾਲੇ ਦੀ। ਸੋ ਜਥੇਦਾਰ ਸਾਹਿਬ ਦੀ ਜਿਹੜਾ ਮਾਮਲਾ ਉਹਨਾਂ ਦਾ ਵੀ ਸੀ, ਉਹ ਵੀ ਇੱਕ ਬੜਾ ਸੈਂਸਿਟਿਵ ਮੈਟਰ ਸੀ ਕਿ ਉਹਨਾਂ ਨੂੰ ਤਾਂ ਸਗੋਂ ਜਿਹੜੀਆਂ ਸਰਕਾਰਾਂ ਆਉਂਦੀਆਂ ਉਹਨਾਂ ਨੂੰ ਪੁੱਛਣਾ ਚਾਹੀਦਾ ਕਿ ਅਸੀਂ ਤੁਹਾਡੇ ਲਈ ਹੋਰ ਵੱਧ ਕੀ ਕਰ ਸਕਦੇ ਹਾਂ। ਔਰ ਉਹਨਾਂ ਦੀ ਸਿਕਿਉਰਿਟੀ ਲਾ ਕੇ ਇੱਕ ਤਰੀਕੇ ਨਾਲ ਉਹਨੂੰ ਵੀ ਪਬਲਿਕ ਡੋਮੇਨ ਤੇ ਪਾਇਆ ਵੀ ਉਹਨਾਂ ਦੇ ਨਾਲ ਵੀ ਜਿਹੜੇ 4 ਮੁਲਾਜ਼ਮ ਲਾਏ ਸੀ ਜੋ ਅਸੀਂ ਵਾਪਸ ਲੈ ਲਏ। ਸੋ ਜੇਕਰ ਆਪਾਂ ਜਥੇਦਾਰ ਸਾਹਿਬ ਨੂੰ ਵੀ ਅਸੀਂ ਪ੍ਰੋਟੈਕਟ ਨਹੀਂ ਕਰ ਸਕਦੀ ਪੰਜਾਬ ਸਰਕਾਰ, ਔਰ ਉਸ ਤੋਂ ਬਾਅਦ ਉਹਦਾ ਕੀ ਉਹਦਾ ਨਤੀਜਾ ਨਿਕਲਿਆ, ਸਿੱਧੂ ਮੂਸੇਵਾਲੇ ਦਾ ਮਾਮਲਾ ਹੋਇਆ ਔਰ ਉਹਨਾਂ ਨੂੰ ਆਪ ਆਫਰ ਕਰਦੇ ਰਹੇ ਜੀ ਅਸੀਂ ਤੁਹਾਡੀ ਸਿਕਿਉਰਿਟੀ ਵਾਪਸ ਕਰ ਦਿੰਦੇ ਹਾਂ, ਔਰ ਉਹਨਾਂ ਨੇ ਫਿਰ ਸੈਂਟਰ ਗੌਰਮੈਂਟ ਨੇ ਸਿਕਿਉਰਿਟੀ ਦਿੱਤੀ। ਬੜੇ ਸੈਂਸਿਟਿਵ ਇਸ਼ੂਜ਼ ਨੇ ਇਹ। ਫਟਾਫਟ ਐ ਨਹੀਂ ਵੀ ਆਪਾਂ ਫਲਾਣੇ ਦੀ ਸਿਕਿਉਰਿਟੀ ਲਾਤੀ ਜਾਂ ਆਪਾਂ ਫਲਾਣੇ ਦੀ ਸਿਕਿਉਰਿਟੀ ਲਾਤੀ। ਸਾਡੇ ਜਿਹੜੇ ਸੀਐਮ ਨੇ ਜਾਂ ਸਟੇਟ ਦੇ ਵਿੱਚ ਸਾਡੀ ਮਸ਼ੀਨਰੀ ਹੈ, ਉਹਦਾ ਸਭ ਤੋਂ ਪਹਿਲਾਂ ਇਹ ਹੁੰਦਾ ਹੈ ਕਿ ਅਸੀਂ ਪਹਿਲਾਂ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨਾ। 2016-17 ਜਦੋਂ ਜੇਲ੍ਹ ਮੰਤਰੀ ਸੀਗੇ ਤਾਂ ਇੱਥੇ ਨਾਭਾ ਜੇਲ੍ਹ ਬ੍ਰੇਕ ਹੁੰਦਾ ਹੈ। ਵਿੱਕੀ ਗੌਂਡਰ ਜਾਂ ਉਸ ਤੋਂ ਬਾਅਦ ਉਹ ਜਿੰਨੇ ਵੀ ਬੰਦਿਆਂ ਨੇ ਜੇਲ੍ਹ ਬ੍ਰੇਕ ਹੋਈ, ਅਮਨਦੀਪ ਢੋਟੀਆਂ ਵਗੈਰਾ, ਅਜੇ ਤੱਕ ਸਟਿਲ ਜਿਹੜੀਆਂ ਉਹਦੀਆਂ ਇਨਵੈਸਟੀਗੇਸ਼ਨਸ ਨੇ ਉਹ ਚੱਲ ਰਹੀਆਂ ਨੇ। ਜਦੋਂ ਐਡੇ ਸੈਂਸਿਟਿਵ ਇਸ਼ੂਜ਼ ਹਜੇ ਤੱਕ ਚੱਲ ਰਹੇ ਨੇ, ਇੱਕ ਜੇਲ੍ਹ ਮੰਤਰੀ ਹੈ ਔਰ ਇਹਦੇ ਤੋਂ ਇਲਾਵਾ ਹਜੇ ਤੱਕ ਹੋਰ ਵੀ ਉਹਨਾਂ ਨੂੰ ਕਈ ਥ੍ਰੈਟਸ ਜਿਹੜੇ ਸੀਗੇ ਉਹ ਵੱਡੀਆਂ ਗੈਂਗਸਟਰ ਵਗੈਰਾ ਤੋਂ ਆ ਰਹੇ ਸੀਗੇ। ਸੋ ਉਹਨਾਂ ਨੂੰ ਵਿਦਆਊਟ ਅਸੈਸ ਕੀਤਿਆਂ ਜੇਕਰ ਤੁਸੀਂ ਕਿਸੇ ਨੂੰ ਸਿਕਿਉਰਿਟੀ ਕਵਰ ਨੋਟ ਦਿੱਤਾ ਤਾਂ ਜੇਕਰ ਅਸੀਂ ਵਿਡਰੋ ਕਰਦੇ ਹਾਂ, ਸੋ ਇਟਸ ਟੋਟਲੀ ਇਲੀਗਲ ਇਨ। ਸਤਿ ਸ਼੍ਰੀ ਅਕਾਲ, ਡੇਲੀ ਪੋਸਟ ਪੰਜਾਬੀ ਵੇਖ ਰਹੇ ਹੋ, ਮੈਂ ਗਗਨ ਸ਼ੁਕਲਾ। ਬੀਤੇ ਕੁਝ ਦਿਨ ਪਹਿਲਾਂ ਦੀ ਜੇ ਗੱਲ ਕੀਤੀ ਜਾਵੇ ਤਾਂ ਪੰਜਾਬ ਸਰਕਾਰ ਵੱਲੋਂ 424 ਲੋਕਾਂ ਦੀ ਜਿਹੜੀ ਸੁਰੱਖਿਆ ਹੈ ਉਹ ਵਾਪਸ ਲਈ ਗਈ ਸੀ, ਜਿਸ ਦੇ ਵਿੱਚ ਪੰਜਾਬੀ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸਣੇ 424 ਇਹੋ ਜਿਹੇ ਲੋਕ ਸੀ ਜਿਨ੍ਹਾਂ ਦੀ ਜਾਂ ਤਾਂ ਸੁਰੱਖਿਆ ਵਾਪਸ ਲੈ ਲਈ ਸੀ ਜਾਂ ਘਟਾ ਦਿੱਤੀ ਗਈ ਸੀ। ਪਰ ਅੱਜ ਇਸ ਨੂੰ ਲੈ ਕੇ ਪੰਜਾਬ ਐਂਡ ਹਰਿਆਣਾ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ 'ਚ ਸੁਰੱਖਿਆ ਨੂੰ ਲੈ ਕੇ ਬੇहद ਅਹਿਮ ਫੈਸਲਾ ਸੁਣਾਇਆ ਗਿਆ। ਮੇਰੇ ਨਾਲ ਘੁੰਮਣ ਬ੍ਰਦਰਸ ਨੇ, ਐਡਵੋਕੇਟ ਨੇ, ਸਾਰੇ ਵਕੀਲ ਮੌਜੂਦ ਨੇ ਤੇ ਇਸ ਫੈਸਲੇ ਨੂੰ ਜਿਹੜੀ ਜਾਣਦੇ ਆ ਕਿ ਕੀ ਫੈਸਲਾ ਆਇਆ। ਵੱਡਾ ਇਹ ਫੈਸਲਾ ਦਿਖਾਉਣਾ ਤੁਹਾਨੂੰ, ਕਰੀਬ 30 ਤੋਂ 35 ਪੰਨਿਆਂ ਦਾ ਇਹ ਫੈਸਲਾ ਆਇਆ ਜਿਸ ਸੁਰੱਖਿਆ ਨੂੰ ਲੈ ਕੇ ਦੇਖ ਸਕਦੇ ਹੋ। ਵਕੀਲ ਸਾਹਿਬ ਨਾਲ ਗੱਲਬਾਤ ਕਰਾਂਗੇ। ਘੁੰਮਣ ਸਾਹਿਬ ਬਹੁਤ ਸਵਾਗਤ ਹੈ ਜੀ। ਬਹੁਤ ਬਹੁਤ ਧੰਨਵਾਦ ਵੀਰ ਜੀ। ਘੁੰਮਣ ਸਾਹਿਬ ਇਹ ਚੀਜ਼ ਦੱਸੋ, ਪਹਿਲਾਂ ਸਭ ਤੋਂ ਪਹਿਲਾਂ ਜੇ ਜ਼ਿਕਰ ਕਰਾਂ ਤਾਂ 424 ਲੋਕਾਂ ਦੀ ਸੁਰੱਖਿਆ ਜਾਂ ਤਾਂ ਘਟਾਤੀ ਸੀਗੀ ਜਾਂ ਬਿਲੇ ਵਿਡਰੋਈ ਕਰ ਲਈ ਸੀ, ਪਰ ਅੱਜ ਵੱਡੇ ਪੱਧਰ ਤੇ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਫੈਸਲਾ ਆਇਆ, ਅਹਿਮ ਫੈਸਲਾ। ਉਹ ਫੈਸਲਾ ਕੀ ਹੈ ਜੀ? ਦੇਖੋ, ਮੈਂ ਇੱਥੇ ਦੱਸੂਗਾ ਕਿ ਇਮੀਡੀਏਟ ਇਲੈਕਸ਼ਨਸ ਤੋਂ ਬਾਅਦ ਇੱਥੇ ਹੀ ਗੱਲ ਮੈਂ ਖਤਮ ਨਹੀਂ ਹੋਊਗੀ। ਇੰਟੈਲੀਜੈਂਸ ਦਫ਼ਤਰ ਦੇ ਬਾਹਰ ਜੋ ਧਮਾਕਾ ਹੁੰਦਾ ਹੈ, ਜੋ ਪੰਜਾਬ ਦਾ ਲਾਅ ਐਂਡ ਆਰਡਰ ਹੈ, ਸਿਚੁਏਸ਼ਨ ਦੇਖੋ ਕਿਸੇ ਵੀ ਜਿਹੜਾ ਸਿਟੀਜ਼ਨ ਆਫ ਸਟੇਟ ਹੈ, ਸਭ ਤੋਂ ਪਹਿਲਾਂ ਮੈਨੂੰ ਲੱਗਦਾ ਸਾਡੇ ਜਿਹੜੇ ਸੀਐਮ ਨੇ ਜਾਂ ਸਟੇਟ ਦੇ ਵਿੱਚ ਸਾਡੀ ਮਸ਼ੀਨਰੀ ਹੈ, ਉਹਦਾ ਸਭ ਤੋਂ ਪਹਿਲਾਂ ਇਹ ਹੁੰਦਾ ਹੈ ਕਿ ਅਸੀਂ ਪਹਿਲਾਂ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨਾ ਹੈ। ਸੋ ਇਸ ਕੇਸ ਦੇ ਵਿੱਚ ਕੀ ਹੋਇਆ
ਕਿ ਵਿਦਆਊਟ ਅਸੈਸਿੰਗ ਦੀ ਥ੍ਰੈਟ ਪਰਸੈਪਸ਼ਨ, ਬੇਸਿਕਲੀ ਥ੍ਰੈਟ ਪਰਸੈਪਸ਼ਨ ਕੀ ਹੈ? ਥ੍ਰੈਟ ਪਰਸੈਪਸ਼ਨ ਹੈ ਕਿ ਪ੍ਰੋਟੈਕਟੀਜ਼ ਨੂੰ ਤੁਸੀਂ ਸਿਕਿਉਰਿਟੀ ਕਵਰ ਦਿੱਤਾ ਹੋਇਆ ਹੈ, ਉਦੋਂ ਬਾਅਦ ਉਹਦੀ ਥ੍ਰੈਟ ਪਰਸੈਪਸ਼ਨ ਚੈੱਕ ਕੀਤੇ ਬਣਾ ਤੁਸੀਂ ਸਿਕਿਉਰਿਟੀ ਵਿਡਰੋ ਕਰ ਲਈ। ਸੋ ਅਸੀਂ ਉਸ ਤੋਂ ਬਾਅਦ ਲਗਭਗ ਇੱਥੇ 44-45 ਸ਼ੁਕਲਾ ਸਾਹਿਬ, ਵੱਖ-ਵੱਖ ਮੰਤਰੀ ਸਾਹਿਬਾਨ, MLA ਸਾਹਿਬਾਨ, ਵੱਖ-ਵੱਖ ਜਿਹੜੇ ਪ੍ਰਤੀਨਿਧੀ ਸੀਗੇ ਪੋਲੀਟੀਕਲ ਪਾਰਟੀਆਂ ਦੇ, ਬੰਚ ਆਫ ਪਟੀਸ਼ਨਸ ਦਾਖਲ ਕੀਤੀਆਂ, ਜਿਹਦੇ ਵਿੱਚੋਂ ਐਡਮਿਟਡਲੀ 5-6 ਨੂੰ ਰਿਪਰੈਜ਼ੈਂਟ ਅਸੀਂ ਕੀਤਾ, ਜਿਹਦੇ ਵਿੱਚ ਸੋਹਣ ਸਿੰਘ ਠੰਡਲਰੀ, ਮਹਿੰਦਰ ਕੌਰ ਜੋਸ਼, ਉਹਦੇ ਨਾਲ ਸਾਡੇ ਨਾਲ ਮੁਖਮੈਲਪੁਰ ਸਾਹਿਬ ਸੀਗੇ ਸਾਬਕਾ ਮੰਤਰੀ, ਸਿੰਗਲਾ ਸਾਹਿਬ ਸੀਗੇ, ਹੋਰ ਕਈ ਪਟੀਸ਼ਨ ਸੀਗੀਆਂ, ਬੰਚ ਆਫ ਪਟੀਸ਼ਨਸ। ਹੁਣ ਇਹਦੇ ਵਿੱਚ ਸ਼ੁਕਲਾ ਸਾਹਿਬ ਸਾਡਾ ਮੇਨ ਰੀਜ਼ਨ ਇਹ ਸੀ ਕਿ ਤੁਸੀਂ ਦੇਖੋ 2013 ਦੇ ਵਿੱਚ ਇੱਕ ਸੁਪਰੀਮ ਕੋਰਟ ਨੇ ਇੱਕ ਜਜਮੈਂਟ ਆਈ ਸੁਪਰੀਮ ਕੋਰਟ ਦੀ, ਉਹਦੇ ਮੁਤਾਬਕ ਹਰੇਕ ਸਟੇਟ ਨੂੰ ਕਿਹਾ ਗਿਆ ਕਿ ਤੁਸੀਂ ਸਟੇਟ ਪਾਲਿਸੀ ਫਾਰਮੂਲੇਟ ਕਰੋ। ਸਟੇਟ ਪਾਲਿਸੀ ਜਿਹੜੀ ਸੀ ਪੰਜਾਬ ਸਰਕਾਰ ਨੇ ਵੀ ਬਣਾਈ, ਉਸ ਪਾਲਿਸੀ ਨੂੰ ਜੇ ਅਸੀਂ ਬੜਾ ਬਰੀਕੀ ਨਾਲ ਪੜ੍ਹਿਆ ਪਟੀਸ਼ਨ ਪਾਉਣ ਤੋਂ ਪਹਿਲਾਂ, ਉਹਦੇ 'ਚ ਕੀ ਸੀ ਕਿ ਐਕਸ ਕੈਬਨਿਟ ਮਿਨਿਸਟਰ, ਐਕਸ MLA, ਵੱਖ-ਵੱਖ ਜਿਹੜੇ ਲੋਕਲ ਗਵਰਨਮੈਂਟ ਮਸ਼ੀਨਰੀਜ਼ ਨੇ ਉਹਨਾਂ ਦੇ ਨਾਲ ਸਿਕਿਉਰਿਟੀ ਕਵਰਸ ਕਿੱਦਾਂ ਰੱਖਣੇ ਨੇ, ਜਾਂ ਫਿਰ ਪੋਜੀਸ਼ਨਲ ਸਿਕਿਉਰਿਟੀਜ਼, ਜਾਂ ਫਿਰ ਥ੍ਰੈਟ ਪ੍ਰੋਟੈਕਟੀ। ਉਹਦੇ ਵਿੱਚ ਬਕਾਇਦਾ 3 ਤੋਂ 4 ਜਿਹੜੇ ਪੁਲਿਸ ਪਰਸਨਲਸ ਨੇ ਉਹ ਐਕਸ ਕੈਬਨਿਟ ਮਿਨਿਸਟਰਸ ਨਾਲ ਨੇ। ਸਾਡੇ ਵਾਲੇ ਕੇਸ ਦੇ ਵਿੱਚ ਐਡਮਿਟਡਲੀ ਇਹ ਵੀ ਉਸ ਪਾਲਿਸੀ ਦੇ ਵਿੱਚ ਆ, ਮੈਂ ਤੁਹਾਨੂੰ ਦੱਸੂਗਾ ਕਿ ਇੱਕ ਟਰਮ ਜੇਕਰ ਮਿਸ ਕਰਦਾ ਕੋਈ, ਜਿੱਦਾਂ ਹੁਣ 17 ਤੋਂ 22, ਤਾਂ ਉਸ ਤੋਂ ਬਾਅਦ ਫਿਰ 22 ਦੇ ਵਿੱਚ ਅੱਗੇ ਉਹਦੇ 'ਚ ਇਹ ਵੀ ਸੀ ਵੀ ਥ੍ਰੈਟ ਪਰਸੈਪਸ਼ਨ, ਵਰਡ ਇੱਕ ਥ੍ਰੈਟ ਪਰਸੈਪਸ਼ਨ ਸੀ ਕਿ ਸਿਕਿਉਰਿਟੀ ਦਾ ਲੈਣ ਤੋਂ ਪਹਿਲਾਂ ਤੁਸੀਂ ਉਸ ਪ੍ਰੋਟੈਕਟੀ ਦਾ ਥ੍ਰੈਟ ਪਰਸੈਪਸ਼ਨ ਚੈੱਕ ਕਰ ਲਓ। ਪਰ ਸਾਡੇ ਵਾਲੇ ਕੇਸ ਦੇ ਵਿੱਚ ਕੀ ਹੈ ਕਿ ਕਿਸੇ ਨੇ ਨੋਟਿਸ ਨਹੀਂ ਦਿੱਤਾ, ਥ੍ਰੈਟ ਪਰਸੈਪਸ਼ਨ ਤਾਂ ਕੀ ਕਿਸੇ ਦੀ ਚੈੱਕ ਕਰਨੀ ਸੀ, ਸਿੱਧੇ ਆਰਡਰ ਆਏ ਕਿ ਤੁਸੀਂ ਵਾਪਸ ਆ ਜਾਓ। ਇਟਸ ਬੇਸਿਕਲੀ ਇਲੀਗਲ, ਅਨਲਾਫੁਲ ਤੇ ਅਗੇਂਸਟ ਦੀ ਨੈਚੁਰਲ ਪ੍ਰਿੰਸੀਪਲ ਆਫ ਜਸਟਿਸ ਹੈ। ਇਹ ਬਹੁਤ ਵੱਡੀ ਗੱਲ ਸੀ। ਸੋ ਅਸੀਂ ਇਮੀਡੀਏਟਲੀ ਫਾਈਲ ਕੀਤੀਆਂ ਪਟੀਸ਼ਨਸ। ਅੱਗੇ ਕੀ ਹੈ ਉਹ ਤੁਹਾਨੂੰ ਸਾਰਾ ਦੱਸ ਦੇਣੇ ਕਿ ਪਟੀਸ਼ਨਸ ਦੇ ਵਿੱਚ ਕੀ ਸੀ। ਬਹੁਤ ਸਾਰੇ ਚੀਜ਼ਾਂ, ਇੱਕ ਲੰਬੀ ਲਿਸਟ ਹੈ ਦੇ ਵਿੱਚ, ਜੇ ਕੁਝ ਚੀਜ਼ਾਂ ਹੋ ਜੋ ਸਾਡੇ ਦਰਸ਼ਕਾਂ ਨੂੰ ਤੁਸੀਂ ਸੌਖੇ ਸ਼ਬਦਾਂ 'ਚ ਸਮਝਾ ਸਕਦੇ ਹੋ ਕਮਲ ਸਾਹਿਬ। ਜੀ ਦੇਖੋ, ਗੱਲ ਇਹ ਹੈਗੀ ਹੈ ਕਿ ਬੇਸਿਕਲੀ ਜਦੋਂ ਵੀ ਕਿਸੇ ਥ੍ਰੈਟ ਪ੍ਰੋਟੈਕਟੀ ਦੇ ਨਾਲ ਜਾਂ ਆਪਾਂ ਪੋਜੀਸ਼ਨਲ ਬੰਦੇ ਨਾਲ ਲੱਗਦੀ ਹੈ, ਸਿਕਿਉਰਿਟੀ ਅਟੈਚ ਕਰਦੇ ਹਾਂ, ਤਾਂ ਐਟਲੀਸਟ ਜਿਹੜੀਆਂ ਇੰਟੈਲੀਜੈਂਸ ਦੀਆਂ ਰਿਪੋਰਟਸ ਨੇ, ਜਾਂ ਤੁਸੀਂ ਕਹ ਲਓ ਕਿ ਇੰਟੈਲੀਜੈਂਸ ਦੀਆਂ ਰਿਪੋਰਟਸ ਨੂੰ ਅਸੈਸ ਕਰਨ ਤੋਂ ਬਾਅਦ ਕਿਸੇ ਦੇ ਨਾਲ ਵੀ ਸਿਕਿਉਰਿਟੀ ਅਟੈਚ ਕੀਤੀ ਜਾਂਦੀ ਹੈ, ਕਿਸੇ ਵੀ ਥ੍ਰੈਟ ਪ੍ਰੋਟੈਕਟੀ ਦੇ ਨਾਲ। ਹੁਣ ਗੱਲ ਇਹ ਹੈਗੀ ਕਿ ਕਿਸੇ ਸਰਕਾਰਾਂ, ਭਾਵੇਂ ਉਹ ਕਾਂਗਰਸ ਗਵਰਨਮੈਂਟ ਦੀ ਗੱਲ ਕਰ ਲਈਏ ਜਾਂ ਪ੍ਰੀਵੀਅਸ ਸਰਕਾਰਾਂ ਜਿਹੜੀਆਂ ਹੈਗੀਆਂ ਸੀ, ਉਹਨਾਂ ਨੇ ਉਸ ਸਮੇਂ ਦੀਆਂ ਸਰਕਾਰਾਂ ਨੇ, ਜਾਂ ਉਸ ਸਮੇਂ ਦੇ ਜਿਹੜੀਆਂ ਸਰਕਾਰਾਂ ਦੇ ਵਿੱਚ ਆਪਾਂ ADGP ਸਿਕਿਉਰਿਟੀ ਨੂੰ ਗੱਲ ਕਰ ਲਈਏ, DGP ਸਾਹਿਬ ਦੀ ਗੱਲ ਕਰ ਲਈਏ, ਇੰਟੈਲੀਜੈਂਸ ਦੀ ਗੱਲ ਕਰ ਲਈਏ, ਉਹਨਾਂ ਨੇ ਪਹਿਲਾਂ ਥ੍ਰੈਟ ਪਰਸੈਪਸ਼ਨਸ ਅਸੈਸ ਕਰਨ ਤੋਂ ਬਾਅਦ ਹੀ ਸਿਕਿਉਰਿਟੀ ਕਵਰ ਨੋਟ ਪ੍ਰੋਵਾਈਡ ਕੀਤਾ ਸੀ। ਹੁਣ ਰਾਈਟ ਵੇ ਜੇਕਰ ਮੈਂ ਇੱਕ ਤੁਹਾਨੂੰ ਨਟਸ਼ਲ ਗੱਲ ਕਰ ਲਾਂ, ਤਾਂ ਸਿਕਿਉਰਿਟੀ ਜਿਹੜਾ ਹੈ ਇਹ ਸਟੇਟ ਸਬਜੈਕਟ ਹੈ। ਠੀਕ ਹੈ। ਸੋ ਇਹਦਾ ਜਿਹੜਾ ਮੇਨ, ਜਿਹੜਾ ਤੁਸੀਂ ਕਹ ਲਓ ਵੀ ਇੱਕ ਪੈਰੋਗ੍ਰੇਟਿਵ ਕਹਿ ਲਈਏ ਆਪਾਂ, ਇਹ DGP ਨੇ, ਜਿਹੜਾ ਸਟੇਟ ਦੇ DGP ਨੇ ਜਾਂ ADGP ਨੇ, ਉਹਨਾਂ ਨੇ ਲਾਅ ਐਂਡ ਆਰਡਰ ਮੇਨਟੇਨ ਕਰਨਾ ਹੈ। ਹੁਣ ਰਾਈਟ ਵੇ ਜੇਕਰ ਆਪਾਂ ਗੱਲ ਕੀਤੀ ਜਾਵੇ, ਤਾਂ ਜਿੱਥੇ ਹੁਣ ਸਾਡੇ ਵਾਲੇ ਮਾਮਲਿਆਂ ਦੇ ਵਿੱਚ ਕੀ ਸੀ ਕਿ ਮੈਂ ਸੋਹਣ ਸਿੰਘ ਠੰਡਲ ਐਗਜ਼ਾਮਪਲਰੀ ਗੱਲ ਕਰਦਾ ਉਦਾਹਰਨ ਦੇ ਤੌਰ ਤੇ, ਜਦੋਂ ਜੇਲ੍ਹ ਮੰਤਰੀ ਸੀਗੇ ਤਾਂ ਉਹਨਾਂ ਦੇ ਦੌਰਾਨ ਹੀ 2016-17 ਜਦੋਂ ਜੇਲ੍ਹ ਮੰਤਰੀ ਸੀਗੇ ਤਾਂ ਇੱਥੇ ਨਾਭਾ ਜੇਲ੍ਹ ਬ੍ਰੇਕ ਹੁੰਦਾ ਹੈ। ਵਿੱਕੀ ਗੌਂਡਰ ਜਾਂ ਉਸ ਤੋਂ ਬਾਅਦ ਉਹ ਜਿੰਨੇ ਵੀ ਬੰਦਿਆਂ ਨੇ ਜੇਲ੍ਹ ਬ੍ਰੇਕ ਹੋਈ, ਅਮਨਦੀਪ ਢੋਟੀਆਂ ਵਗੈਰਾ, ਹਜੇ ਤੱਕ ਸਟਿਲ, ਚਲੋ ਬੀਇੰਗ ਏ ਜੇਲ੍ਹ ਮੰਤਰੀ ਉਦੋਂ ਸਖਤ ਫੈਸਲੇ ਲੈਣ ਦੀ ਲੋੜ ਸੀ, ਕੁਛ ਸੀਨੀਅਰ ਮੋਸਟ ਅਫਸਰਾਂ ਨੂੰ ਵੀ ਸਸਪੈਂਡ ਕੀਤਾ, ਹਜੇ ਤੱਕ ਸਟਿਲ ਜਿਹੜੀਆਂ ਉਹਦੀਆਂ ਇਨਵੈਸਟੀਗੇਸ਼ਨਸ ਨੇ ਉਹ ਚੱਲ ਰਹੀਆਂ ਨੇ। ਸੋ ਸਾਡਾ ਇਹ ਹੈਗਾ ਕਿ ਜਦੋਂ ਐਡੇ ਸੈਂਸਿਟਿਵ ਇਸ਼ੂਜ਼ ਹਜੇ ਤੱਕ ਚੱਲ ਰਹੇ ਨੇ, ਇੱਕ ਜੇਲ੍ਹ ਮੰਤਰੀ ਏ, ਔਰ ਇਹਦੇ ਤੋਂ ਇਲਾਵਾ ਹਜੇ ਤੱਕ ਹੋਰ ਵੀ ਉਹਨਾਂ ਨੂੰ ਕਈ ਥ੍ਰੈਟਸ ਜਿਹੜੇ ਸੀਗੇ ਉਹ ਵੱਡੀਆਂ ਗੈਂਗਸਟਰ ਵਗੈਰਾ ਤੋਂ ਆ ਰਹੇ ਸੀਗੇ। ਸੋ ਉਹਨਾਂ ਨੂੰ ਵਿਦਆਊਟ ਅਸੈਸ ਕੀਤਿਆਂ ਜੇਕਰ ਤੁਸੀਂ ਕਿਸੇ ਨੂੰ ਸਿਕਿਉਰਿਟੀ ਕਵਰ ਨੋਟ ਦਿੱਤਾ, ਤਾਂ ਜੇਕਰ ਅਸੀਂ ਵਿਡਰੋ ਕਰਦੇ ਹਾਂ, ਸੋ ਇਟਸ ਟੋਟਲੀ ਇਲੀਗਲ ਇਨ ਮੈਨਰ। ਪਰ ਮੈਂ ਇੱਕ ਚੀਜ਼ ਤੋਂ ਇੱਕ ਕਮੈਂਟ ਲੈਣਾ ਚਾਹੁੰਦਾ ਹਾਂ, ਚਲੋ ਇਹ ਚੀਜ਼ ਹੈ, ਪਰ ਜੋ ਸਰਕਾਰ ਨੇ ਪਿੱਛੇ ਕੀਤਾ ਹੈ, ਸਿਕਿਉਰਿਟੀ ਵਾਪਸ ਲੈ ਲਈ ਔਰ ਉਸ ਤੋਂ ਬਾਅਦ ਉਹ ਚੀਜ਼ ਨੂੰ ਪਬਲਿਕ ਡੋਮੇਨ 'ਚ ਵੀ ਛੱਡਤਾ, ਸੋਸ਼ਲ ਮੀਡੀਆ ਤੇ ਵੀ ਵਾਇਰਲ ਕਰਤਾ, ਇਸ ਚੀਜ਼ ਦਾ ਜ਼ਿਕਰ ਇਸ ਰਿਪੋਰਟ 'ਚ ਹੈ। ਅਸੀਂ ਆਰਗੂਮੈਂਟ ਦੌਰਾਨ ਵੀ, ਡਿਊਰਿੰਗ ਦੀ ਕੋਰਸ ਆਫ ਆਰਗੂਮੈਂਟ, ਜਦੋਂ ਪ੍ਰੋਸੀਡਿੰਗਸ ਚੱਲ ਰਹੀ ਸੀ, ਜੱਜ ਸਾਹਿਬ ਇਸ ਗੱਲ ਤੇ ਬਾਰ-ਬਾਰ ਸਟੇਟ ਨੂੰ ਬੜੇ ਇਨਵਾਈਟ ਸੀਗੇ ਕਿ ਤੁਸੀਂ ਐਟਲੀਸਟ ਉਹਨਾਂ ਦੀ ਵੱਖਰੀ, ਜੋ ਉਹਨਾਂ ਨੂੰ ਇੱਥੋਂ ਤੱਕ ਉਹਨਾਂ ਨੇ ਕਿਹਾ ਕਿ ਫਾਹ ਲਾ ਦਿਓ ਜਿੰਨੇ ਇਹਨੂੰ ਲੀਕ ਕੀਤਾ ਹੈ। ਸੋ ਉਹਦੀ ਵੱਖਰੀ ਤੌਰ ਤੇ ਜੋ ਸਟੇਟ ਵੱਲੋਂ ਚੱਲ ਰਹੀ ਹੈ, ਉਹ ਕਹਿੰਦੇ ਜੀ ਇਨਕੁਆਇਰੀ ਕਰ ਰਹੇ ਹਾਂ, ਇਨਵੈਸਟੀਗੇਸ਼ਨ ਚੱਲ ਰਹੀ ਹੈ, ਕਿੱਦਾਂ ਪਬਲਿਕ ਡੋਮੇਨ 'ਚ ਗਈ। ਸਰ ਇੱਥੇ ਆ ਕੇ 2 ਲੈਪਸਸ ਹੋਏ। ਇੱਕ ਤਾਂ ਤੁਸੀਂ ਸਿਕਿਉਰਿਟੀ ਕਵਰ ਪਹਿਲਾਂ ਤਾਂ ਵਿਡਰੋ ਕੀਤਾ ਹੈ, ਸੈਕੰਡ ਤੁਸੀਂ ਹੁਣ ਉਹਨੂੰ ਖੁੱਲੀ ਪਬਲਿਕ ਡੋਮੇਨ 'ਚ ਛੱਡਤਾ ਕਿ ਜਿਹਦਾ ਵਿਡਰੋ ਕਰਨਾ ਹੈ ਕਰ ਲਓ, ਜਿਹਨੂੰ ਮਾਰਨਾ ਹੈ ਉਹ ਮਾਰ ਲਓ। ਸਰ ਹੁਣ ਇੱਥੇ ਆ ਕੇ ਹਾਈ ਕੋਰਟ ਦੇ ਵਿੱਚ ਇਹਦੇ ਵਿੱਚ ਵੀ ਸਪੈਸੀਫਿਕਲੀ ਉਹ ਚੀਜ਼ ਮੈਂਸ਼ਨ ਨੇ। ਹੁਣ ਹਾਈ ਕੋਰਟ ਨੇ, ਮਾਨਯੋਗ ਹਾਈ ਕੋਰਟ ਨੇ ਬਹੁਤ
ਹੀ ਅੱਛੇ ਜਿਹੜੀ ਜਜਮੈਂਟ ਸਾਡੇ ਕੋਲ ਆਈ ਹੈ ਉਹਦੇ ਵਿੱਚ ਉਹਨਾਂ ਨੇ ਇਹ ਕੀਤਾ ਹੈ ਕਿ ਜਿੰਨੇ ਪਟੀਸ਼ਨਰਸ ਹਾਈ ਕੋਰਟ ਦੇ ਵਿੱਚ ਬੰਚ ਆਫ ਪਟੀਸ਼ਨਸ ਆਈਆਂ ਨੇ ਆਈਦਰ ਦੇ ਆਰ ਐਕਸ ਕੈਬਨਿਟ ਮਿਨਿਸਟਰਸ ਐਮਐਲਏਜ਼ ਵਟਐਵਰ ਦੇ ਆਰ, ਉਹਦੇ ਵਿੱਚ ਉਹਨਾਂ ਨੇ ਆਰਡਰ ਪਾਸ ਕੀਤਾ ਹੈ ਕਿ ਇੱਕ ਗਨਮੈਨ ਜਿਹੜਾ ਹੈ ਉਹ ਸਾਡੇ ਨਾਲ ਉਹਨਾਂ ਟਾਈਮ ਤੱਕ ਸਾਡੇ ਪਟੀਸ਼ਨਰਸ ਨਾਲ ਰਹੇਗਾ ਜਿੰਨਾ ਟਾਈਮ ਤੱਕ ਨਵੀਂ ਜਿਹੜੀ ਥ੍ਰੈਟ ਪਰਸੈਪਸ਼ਨ ਦੀ ਰਿਪੋਰਟਸ ਹੈ ਉਹ ਜਿਹੜੀਆਂ ਨਹੀਂ ਆਉਂਦੀਆਂ। ਘੁੰਮਣ ਸਾਹਿਬ ਇੱਕ ਚੀਜ਼ ਹੋਰ ਤੁਹਾਡਾ ਕਮੈਂਟ ਲੈਣਾ, ਇੱਕ ਪਾਲਿਸੀ ਸੀਗੀ ਸੁਰੱਖਿਆ ਨੂੰ ਲੈ ਕੇ ਕਿ ਉਹ ਹੁਣ ਉਹ ਸਰਕਾਰ 'ਚ ਹੈ ਜਾਂ ਉਸ ਤੇ ਵੀ ਕੋਈ ਗੱਲਬਾਤ ਹੋਈ ਹੈ ਕਿ ਉਹ ਚੀਜ਼ ਕਿੰਨੀ ਜ਼ਰੂਰੀ ਹੈ? ਦੇਖੋ ਜਿਹੜੀ ਆਪਾਂ ਥ੍ਰੈਟ ਪਰਸੈਪਸ਼ਨਸ ਦੇ ਰਿਗਾਰਡਿੰਗ ਆਪਾਂ ਗੱਲ ਕਰਦੇ ਹਾਂ 2013 ਦੀ ਉਹਦੇ ਵਿੱਚ ਸਪੈਸੀਫਿਕਲੀ ਜਿਹੜੀ ਪਾਲਿਸੀ ਹੈ ਉਹ ਹੈਗੀ ਕਿ ਜਿਹੜੇ ਕੈਟਾਗਰੀ ਕੀਤੀ ਇਹਨਾਂ ਨੇ ਕਿ ਕੈਟਾਗਰੀ ਕੀ ਹੈ ਕਿ ਕੋਈ ਐਕਸ ਮਿਨਿਸਟਰ ਹੈ ਕੋਈ ਐਕਸ ਐਮਐਲਏ ਹੈ, ਸੋ ਉਹਦੇ 'ਚ ਜਿਹੜੇ ਇਹ ਲੋਕ ਫਾਲ ਕਰਦੇ ਨੇ ਉਹਨਾਂ ਨੂੰ ਜਦੋਂ ਵੀ ਤੁਸੀਂ ਡੀ ਕੈਟਾਗਰੀ ਕਰਨਾ ਹੈ ਨਾ ਉਹ ਸਪੈਸੀਫਿਕਲੀ ਆਰਡਰ ਦੇ ਵਿੱਚ ਆ ਗਿਆ ਤਾਂ ਇਹ ਵੇ ਨਹੀਂ ਹੈਗਾ ਕਿ ਜੇ ਕਿਸੇ ਦੇ ਨਾਲ ਐਕਸ ਮਿਨਿਸਟਰ ਦੇ ਨਾਲ ਕੋਈ 2 ਗਨਮੈਨ ਲੱਗੇ ਨੇ ਤਾਂ ਇਮੀਡੀਏਟਲੀ ਤੁਸੀਂ ਕਹ ਲਓ ਵੀ ਉਹਨਾਂ ਨੂੰ ਫੋਨ ਕਾਲ ਆਉਂਦੀ ਹੈ ਕਿ ਜੀ ਤੁਸੀਂ ਸਿਕਿਉਰਿਟੀ ਕਵਰ ਨੋਟ ਤੁਹਾਡਾ ਵਾਪਸ ਕਰ ਲਿਆ। ਮੈਂ ਹੁਣ ਉਸ ਗੱਲ ਪਿੱਛੇ ਨਹੀਂ ਜਾਣਾ ਕਿ ਉਹ ਪੋਲੀਟੀਕਲ ਮੈਂਡੇਟ ਹੈ। ਸੋ ਇਹਦੇ 'ਚ ਆਰਡਰ 'ਚ ਉਹਨਾਂ ਨੇ ਇੱਕ ਚੀਜ਼ ਕਲੀਅਰ ਕਰਤੀ ਕਿ ਜਦੋਂ ਕਿਸੇ ਨੂੰ ਡੀ ਕੈਟਾਗਰੀ ਕਰਨਾ ਹੈ ਤਾਂ ਐਟਲੀਸਟ ਉਹ ਕਹਿੰਦੇ ਵੀ ਉਹਨੂੰ ਤੁਸੀਂ ਨੋਟਿਸ ਜਿਹੜਾ ਹੈ ਉਹ ਤੁਹਾਡਾ ਦੇਣਾ ਮੈਂਡੇਟਰੀ ਹੈ, ਜ਼ਰੂਰੀ ਹੈ, ਤਾਂ ਜੋ ਉਸ ਸਮੇਂ ਉਹ ਜਿਹੜਾ ਬੰਦਾ ਉੱਥੇ ਜਾ ਕੇ ਉਹਨਾਂ ਨੂੰ ਕਮਿਊਨੀਕੇਟ ਕਰ ਸਕੇ ਕਿ ਰਾਈਟ ਵੇ ਮੈਂ ਇਹ ਥ੍ਰੈਟ ਪਰਸੈਪਸ਼ਨਸ ਜਿਹੜੀਆਂ ਨੇ ਮੈਂ ਰਿਸੀਵ ਕਰ ਰਿਹਾ, ਇਹ ਪੋਜੀਸ਼ਨ ਹੈ। ਸੋ ਮੇਰੇ ਨਾਲ ਜਿੰਨਾ ਟਾਈਮ ਤੱਕ ਤੁਸੀਂ ਨੋਟਿਸ ਨਹੀਂ ਦਿਓਗੇ ਤਾਂ ਕਿਸੇ ਨੂੰ ਇਹ ਕੀ ਪਤਾ ਲੱਗਦਾ ਕਿ ਕਿਸ ਤਰੀਕੇ ਦੀ ਤੁਸੀਂ ਆਪਣੇ ਤੌਰ ਤੇ ਤੁਸੀਂ ਇੰਟੈਲੀਜੈਂਸ ਰਿਪੋਰਟਸ ਲੈ ਰਹੇ ਹੋ ਜਾਂ ਕੀ ਚੱਲ ਰਿਹਾ ਜੀ। ਸੋ ਇਹਦੇ ਤੇ ਉਹਨਾਂ ਨੇ ਤੁਸੀਂ ਕਹ ਲਓ ਵੀ ਬਕਾਇਦਾ ਜਿਹੜੀ ਉਹਨਾਂ ਦੀ ਜਿਹੜੀ ਪਾਲਿਸੀ ਹੈ ਉਹ ਗੱਲ ਇਸ ਆਰਡਰ ਦੇ ਵਿੱਚ ਬੜੀ ਕਲੀਅਰ ਆ ਗਈ ਹੈ ਔਰ ਰਾਈਟ ਵੇ ਹੈਗਾ ਕਿ ਜੋ ਹੁਣ ਦੇ ਅੱਜ ਦੇ ਹਾਲਾਤ ਨੇ ਸ਼ੁਕਲਾ ਸਾਹਿਬ, ਲਾਅ ਐਂਡ ਆਰਡਰ ਸਥਿਤੀ ਪੰਜਾਬ ਦੀ ਨਾਜ਼ੁਕ ਹੈ ਔਰ ਇਹਦੇ 'ਚ ਇੱਕ ਚੀਜ਼ ਜਿਹੜੀ ਬੜੀ ਰਿਮਾਰਕੇਬਲ ਕਰਤੀ ਹੈ ਕੋਰਟ ਨੇ, ਮਾਨਜੋ ਕੋਰਟ ਨੇ, ਉਹਨਾਂ ਨੇ ਇਹ ਕਰਤਾ ਵੀ ਐਟਲੀਸਟ ਜੋ ਪ੍ਰੋਟੈਕਸ਼ਨ ਹੈਗੀ ਉਹ ਰਹੇਗੀ ਔਰ ਹੁਣ ਜਿਹੜੀ ਥ੍ਰੈਟ ਪਰਸੈਪਸ਼ਨ ਅਸੈਸ ਹੋਣੀ ਹੈ ਸਾਰੀ ਪਟੀਸ਼ਨਰਸ ਦੀ ਮੈਂ ਗੱਲ ਕਰ ਰਿਹਾ ਉਹਦੇ ਤੇ ਜੇਕਰ ਜੈਨੂਅਨ ਥ੍ਰੈਟ ਪਰਸੈਪਸ਼ਨ ਅਸੈਸ ਹੋ ਜਾਂਦੀ ਹੈ ਤਾਂ ਜਿਸ ਕਿਸੇ ਨੂੰ ਜ਼ਿਆਦਾ ਥ੍ਰੈਟ ਹੈ ਉਹਦੇ ਨਾਲ 6 ਵੀ ਲੱਗ ਸਕਦੇ ਨੇ, 4 ਵੀ ਲੱਗ ਸਕਦੇ ਨੇ, 3 ਵੀ ਲੱਗ ਸਕਦੇ ਨੇ ਜਾਂ ਨੰਬਰ ਆਫ ਜਿਹੜੇ ਪੀਐਸਓਸ ਕਹਿ ਲਈਏ ਉਹ ਇਨਕਰੀਜ਼ ਹੋ ਸਕਦੇ ਨੇ ਔਨ ਦੀ ਬੇਸਿਸ ਆਫ ਦੀ ਥ੍ਰੈਟ ਪਰਸੈਪਸ਼ਨ। ਮੈਂ ਤਾਂ ਇਹ ਗੱਲ ਪੁੱਛਣਾ ਚਾਹੁੰਦਾ ਸੀ ਕਿ ਹੁਣ ਕੋਈ ਲਿਮਿਟ ਤਾਂ ਨਹੀਂ ਹੈਗੀ, ਇੱਕ ਤਾਂ ਪੱਕਾ ਹੀ ਪੱਕਾ, ਹੋਰ ਵੱਧ ਵੀ ਲੱਗ ਸਕਦੇ। ਦੇਖੋ ਮੈਂ ਇਹ ਚੀਜ਼ ਤੁਹਾਡੇ ਰਾਹੀਂ ਨਾ ਸਾਰਿਆਂ ਨੂੰ ਦੱਸਣੀ ਚਾਹੁੰਦਾ ਇਟਸ ਨਾਟ ਓਨਲੀ ਇਨ ਦੀ ਕੇਸ ਆਫ ਮਿਨਿਸਟਰਸ ਤੇ ਐਮਐਲਏਜ਼, ਸਟੇਟ ਦੇ ਆ ਜਿਹੜਾ ਮੇਨ ਸਰ ਜਿਹੜੀ ਉਹਨਾਂ ਮੇਨ ਫੰਕਸ਼ਨ ਜਿਹੜਾ ਸਟੇਟ ਮਸ਼ੀਨਰੀ ਦਾ ਉਹ ਇਹ ਹੈ ਟੂ ਪ੍ਰੋਵਾਈਡ ਦੀ ਪ੍ਰੋਪਰ ਐਟਮੋਸਫੀਅਰ ਐਡਿਕੁਏਟ ਸਿਕਿਉਰਿਟੀ ਕਵਰ ਟੂ ਐਨੀਬਡੀ, ਕੋਈ ਵੀ ਸਿਟੀਜ਼ਨ। ਇਟਸ ਨਾਟ ਓਨਲੀ ਇਨ ਐਮਐਲਏ ਕੇਸ ਕਿ ਉਹਨੂੰ ਥ੍ਰੈਟ ਪਰਸੈਪਸ਼ਨ ਹੈ ਜੀ ਤੇ ਉਹਨੂੰ ਹੀ ਦੇਣਾ ਹੈ। ਸਰ ਅਸੀਂ ਰਾਈਟ ਟੂ ਲਾਈਫ ਜਿਹੜਾ ਆਰਟੀਕਲ 21 ਹੈ ਕਨਸਟੀਟਿਊਸ਼ਨ ਆਫ ਇੰਡੀਆ ਦਾ, ਉਹਦੇ ਵਿੱਚ ਕਲੀਅਰ ਹੈ ਕਿ ਹਰੇਕ ਜਿਹੜਾ ਸਿਟੀਜ਼ਨ ਇਸ ਦੇਸ਼ ਦਾ ਹੈ ਉਹਨੂੰ ਪ੍ਰੋਪਰ ਸਿਕਿਉਰਿਟੀ ਕਵਰ ਜੇ ਕਿਸੇ ਨੂੰ ਲੋੜ ਹੈ ਤਾਂ ਉਹ ਸਟੇਟ ਨੂੰ ਪ੍ਰੋਵਾਈਡ ਉਹਨੂੰ ਕਰੂਗੀ। ਸੋ ਇਹਦੇ ਰਾਹੀਂ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸਣੀ ਚਾਹੂੰਗਾ ਕਿ ਇਹ ਆਰਡਰ ਜਿਹੜਾ ਸਾਡੀ ਇੱਕ ਵੱਡੀ ਅੱਜ ਜਿੱਤ ਹੋਈ ਹੈ, ਮੈਂ ਤੁਹਾਡੇ ਚੈਨਲ ਰਾਹੀਂ ਦੱਸਣਾ ਚਾਹੂੰਗਾ ਵੱਡੀ ਲੜਾਈ ਲੜੀ ਅਸੀਂ, ਇਹ ਜਿੱਤ ਦੇ ਨਾਲ ਅੱਜ ਸਾਨੂੰ ਦੇਖੋ ਸਾਡੇ ਕੋਲ ਤਾਂ ਇੱਕ ਵੀ ਨਹੀਂ ਸੀ ਰਿਹਾ। ਮੈਂ ਕਹਿੰਦਾ ਕਿ ਤੁਹਾਡੇ ਇੱਕ ਚੈਨਲ ਰਾਹੀਂ ਦੱਸਣਾ ਚਾਹੁੰਦਾ ਕਿ ਦੇਖੋ ਸਰਕਾਰਾਂ ਆਉਂਦੀਆਂ ਰਹਿਣਗੀਆਂ ਜਾਂਦੀਆਂ ਰਹਿਣਗੀਆਂ, ਆਪਾਂ ਕਿਉਂ ਨਹੀਂ ਇਦਾਂ ਦਾ ਐਟਮੋਸਫੀਅਰ ਬਣਾਉਂਦੇ ਵੀ ਸਾਨੂੰ ਗਨਮੈਨਾਂ ਦੀ ਲੋੜ ਹੀ ਨਾ ਪਵੇ। ਤੁਹਾਡੀ ਸਟੇਟ ਜੋ ਸਟੇਟ ਦਾ ਕ੍ਰਾਈਮ ਰੇਟ ਚੱਲ ਰਿਹਾ ਹੈ ਉਹ ਅੱਜ ਇਹ ਚੀਜ਼ ਦੱਸ ਰਿਹਾ ਹੈ ਕਿ ਸਿਕਿਉਰਿਟੀ ਜਿਹੜੇ ਕਵਰ ਜਿਹੜੇ ਡਿਗਨਿਟਰੀਜ਼ ਨੇ ਜਾਂ ਪੋਜੀਸ਼ਨਲ ਬੰਦੇ ਨੇ ਸਰ ਉਹਨਾਂ ਨਾਲ ਤਾਂ ਮੈਨੂੰ ਇਹ ਲੱਗਦਾ ਵੀ ਜਿੱਥੇ 2 ਨੇ ਉੱਥੇ 3 ਵੀ ਚਾਹੀਦੇ ਨੇ ਜੋ ਅੱਜ ਦੀ ਕੰਡੀਸ਼ਨ ਹੈ। ਸਭ ਇੱਕ ਚੀਜ਼ ਐਡ ਕਰ ਲੈਣਾ, ਹਾਲਾਂਕਿ ਸਿਆਸੀ ਸਵਾਲ ਤੋਂ ਬਣਦਾ ਨਹੀਂ ਹੈਗਾ, ਤੁਸੀਂ ਕਾਨੂੰਨੀ ਮਾਹਰ ਹੋ, ਪਰ ਸਾਡੇ ਇੱਥੇ ਤਾਂ ਇੱਕ ਟ੍ਰੈਂਡ ਹੈ ਨਾ ਸਿਕਿਉਰਿਟੀ ਦਾ, ਜਿਹਨੂੰ ਲੋੜ ਆ ਉਹਨੂੰ ਮਿਲਦੀ ਨਹੀਂ ਹੈਗੀ, ਜਿਹਨੂੰ ਲੋੜ ਨਹੀਂ ਵੇਗੀ ਉਹਨਾਂ ਨਾਲ ਬਹੁਤ ਨੇ। ਦੇਖੋ ਮੈਂ ਇਸ ਤਰ੍ਹਾਂ ਦਾ ਕੋਈ ਸਵਾਲ ਤੁਹਾਡਾ ਜਿਹੜਾ ਬਹੁਤ ਅੱਛਾ ਸਵਾਲ ਤੁਸੀਂ ਕੀਤਾ ਹੈ ਸਰ। ਦੇਖੋ ਆਰਡਰਾਂ ਦੇ ਮੁਤਾਬਕ ਚੱਲ ਪੋ, 2013 ਦੀ ਪਾਲਿਸੀ ਲੈ ਲਓ ਜਿਹੜੀ ਸਰਕਾਰ ਨੇ ਸੁਪਰੀਮ ਕੋਰਟ ਦੀ ਹਦਾਇਤ ਤੇ ਬਣੀ ਹੈ। ਥ੍ਰੈਟ ਪਰਸੈਪਸ਼ਨ ਜਿਹੜੀ ਹੈ ਉਹ ਮੋਟੇ ਤੌਰ ਤੇ ਹੈ ਕਿ ਇਹਨਾਂ ਕੇਸਾਂ ਦੇ ਵਿੱਚ ਥ੍ਰੈਟ ਪਰਸੈਪਸ਼ਨ ਚੈੱਕ ਕੀਤੀ ਜਾਂਦੀ, ਉਹ ਕੀ ਹੈ, ਕਿਸੇ ਨੂੰ ਫੋਨ ਕਾਲ ਆਇਆ, ਕਿਸੇ ਨੂੰ ਕੋਈ ਫੇਸਬੁੱਕ ਤੇ ਕਿਸੇ ਨੇ ਕੋਈ ਮੈਸੇਜ ਕਿਸੇ ਆਰਗੇਨਾਈਜੇਸ਼ਨ ਆਈਦਰ ਇਟਸ ਅ ਗੈਂਗਸਟਰ ਆਰਗੇਨਾਈਜੇਸ਼ਨ ਜਾਂ ਕੋਈ ਹੋਰ ਜਿਹੜੀਆਂ ਆਰਗੇਨਾਈਜੇਸ਼ਨਸ ਨੇ ਸਰ, ਇਹਨਾਂ ਦੇਖੋ ਜਦੋਂ ਉਹਨੂੰ ਅਸੀਂ ਫੋਲੋ ਹੀ ਨਹੀਂ ਕਰਨਾ, ਮੈਂ ਇੱਥੇ ਆ ਕੇ ਨਹੀਂ ਕਹਿਣਾ ਕਿ ਇਟਸ ਅ ਪੋਲੀਟੀਕਲ ਵੈਂਡੇਟਾ, ਕਾਂਗਰਸ ਵਾਲੇ ਆਉਂਦੇ ਨੇ ਉਹ ਵੀ ਇਦਾਂ ਹੀ ਕਰਦੇ ਨੇ। ਅੱਜ ਅਸੀਂ ਸਾਰੇ ਬੈਠੇ ਹਾਂ, ਉਹ ਜਿਹੜਾ ਪੁੱਤ ਜਵਾਨ ਪੰਜਾਬ ਦਾ ਗਿਆ ਹੈ ਉਹਦੇ ਪੇਰੈਂਟਸ ਨੂੰ ਅੱਜ ਜਾ ਕੇ ਦੇਖੀਏ ਵੀ ਸਾਨੂੰ ਉਹਨਾਂ ਨੇ ਕਿੰਨਾ ਘਾਟਾ ਸਹਿਲਿਆ। ਸੋ ਹੁਣ ਅੱਗੇ ਜੋ ਪਟੀਸ਼ਨਰਸ ਨੇ ਇਸ ਆਰਡਰ ਦੇ ਮੁਤਾਬਕ ਕੋਈ ਵੀ ਲਿਮਿਟ ਨਹੀਂ, ਜੋ ਥ੍ਰੈਟ ਪਰਸੈਪਸ਼ਨ ਕਿਸੇ ਮੰਤਰੀ ਐਮਐਲਏ ਨੂੰ, ਜੋ ਹੁਣ ਆਪਾਂ ਆਰਡਰਾਂ ਦੀ ਗੱਲ ਕਰਦੇ ਹਾਂ, ਉਹ ਜਿੰਨੀ ਰਿਕੁਆਇਰਮੈਂਟ ਹੋਏਗੀ ਉਹਦੇ ਹਿਸਾਬ ਨਾਲ ਸਰ ਉਹ ਜਿਹੜੀ ਥ੍ਰੈਟ ਪਰਸੈਪਸ਼ਨ ਹੈ ਉਹ ਚੈੱਕ ਕਰਕੇ ਆਰਡਰ ਜਿਹੜਾ ਅੱਗੇ ਕੀਤਾ ਜਾਏਗਾ। ਇੱਕ ਚੀਜ਼ ਮੈਂ ਕਹਿਣੀ ਚਾਹੁੰਦਾ ਕਿ ਦੇਖੋ ਕੋਰਟ ਦਾ ਰੁਖ ਬਿਲਕੁਲ ਇਹਦੇ ਤੋਂ ਆਰਡਰਾਂ ਤੋਂ ਸਪਸ਼ਟ ਹੈ
ਪਰ ਐਟਲੀਸਟ ਮੈਂ ਸਮਝਦਾ ਕਿ ਇਹਦੇ ਚ ਮੈਂਸ਼ਨ ਵੀ ਕਰਤਾ ਉਹਨਾਂ ਨੇ ਕਿ ਜਿਹੜੇ ਪ੍ਰੋਟੈਕਟੀ ਦੇ ਨਾਲ ਅੱਜ ਮੰਨ ਲਓ ਕੋਈ ਸਿਕਿਉਰਿਟੀ ਕਵਰ ਨੋਟ ਅਟੈਚ ਹੁੰਦਾ ਹੈ ਤਾਂ ਇਟਸ ਦੀ ਬੇਸਿਕ ਡਿਊਟੀ ਆਫ ਦੀ ਸਟੇਟ ਕਿ ਐਟਲੀਸਟ ਜਦੋਂ ਵੀ ਕਦੀ ਮੰਨ ਲਓ ਇੱਕ ਮਿੰਟ ਲਈ ਵੀ ਤੁਸੀਂ ਉਹਨਾਂ ਦੀਆਂ ਰਿਪੋਰਟਸ ਨੈਗੇਟਿਵ ਨੇ ਜਾਂ ਆਪਾਂ ਸਿਕਿਉਰਿਟੀ ਉਹਨਾਂ ਨੂੰ ਆਪਾਂ ਵਿਡਰਾਅ ਕਰਨੀ ਹੈ ਤਾਂ ਐਟਲੀਸਟ ਜਿਹੜੀਆਂ ਸਰਕਾਰਾਂ ਨੇ ਉਹਨਾਂ ਨੂੰ ਇਹ ਚਾਹੀਦਾ ਵੀ ਜਦੋਂ ਵੀ ਵਿਡਰਾਅ ਕਰਨੀ ਹੈ, ਦੇਖੋ ਕਿਸੇ ਸਮੇਂ ਤੋਂ ਥ੍ਰੈਟ ਪ੍ਰੋਟੈਕਟੀ ਸੀ ਤਾਂ ਐਟਲੀਸਟ ਉਹਨੂੰ ਪਬਲਿਕ ਡੋਮੇਨ 'ਚ ਨਾ ਪਾਇਆ ਜਾਵੇ। ਪਬਲਿਕ ਡੋਮੇਨ 'ਚ ਜੇਕਰ ਪਾਉਂਦੇ ਆ ਤਾਂ ਸ਼ੁਕਲਾ ਸਾਹਿਬ ਆਰਡਰ ਦੇ ਵਿੱਚ ਵੀ ਆ ਗਿਆ ਕਿ ਉਸ ਪ੍ਰੋਟੈਕਟੀ ਨੂੰ ਜਿਹੜਾ ਕਿਸੇ ਸਮੇਂ ਰਿਹਾ ਸੀ ਉਹਦੇ ਤੇ ਅਟੈਕ ਦੇ ਜਿਹੜੇ ਚਾਂਸਿਸ ਨੇ ਉਹ ਕਾਫੀ ਬ੍ਰਾਈਟ ਹੋ ਜਾਂਦੇ ਨੇ। ਸੋ ਐਟਲੀਸਟ ਇਹਨਾਂ ਚੀਜ਼ਾਂ ਨੂੰ ਅਵੋਇਡ ਕਰਨਾ ਚਾਹੀਦਾ ਹੈ। ਤੇ ਬਾਕੀ ਹੈਗਾ ਵੀ ਮੈਨੂੰ ਇਹ ਲੱਗਦਾ ਵੀ ਜਿਹੜੀ ਸਰਕਾਰ ਹੈ ਮੌਜੂਦਾ ਸਰਕਾਰ, ਅਸੀਂ ਵੀ ਆਸ ਕਰਦੇ ਹਾਂ ਬੀਇੰਗ ਏ ਲਾਇਰ ਕਿ ਇਹ ਇਕੱਲੀ ਇੱਥੇ ਡਿਗਨਿਟਰੀਜ਼ ਦੀ ਗੱਲ ਨਹੀਂ, ਇਕੱਲੀ ਐਮਐਲਏਸ ਦੀ ਗੱਲ ਨਹੀਂ, ਜਾਂ ਆਪਾਂ ਇਹ ਨਹੀਂ ਕਹਿੰਦੇ ਕਿ ਕਿਸੇ ਪੋਲੀਟੀਕਲ ਬੰਦਿਆਂ ਦੀ ਗੱਲ ਹੈ ਕਿ ਇੱਕ ਪੰਜਾਬ ਦੇ ਵਿੱਚ ਇੱਕ ਇਸ ਤਰੀਕੇ ਦਾ ਪੀਸਫੁਲ ਐਟਮੋਸਫੀਅਰ ਕ੍ਰੀਏਟ ਕੀਤਾ ਜਾਵੇ ਜਿੱਥੇ ਐਟਲੀਸਟ ਜਿਹੜਾ ਲਾਅ ਐਂਡ ਆਰਡਰ ਹੈ ਉਹ ਮੇਨਟੇਨ ਕੀਤਾ ਜਾਵੇ ਔਰ ਸਖਤ ਫੈਸਲੇ ਲਏ ਜਾਣ ਔਰ ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਲਿਆ ਜਾਵੇ ਸ਼ੁਕਲਾ ਸਾਹਿਬ ਕਿ ਇਹ ਬੰਦਾ ਕਾਂਗਰਸ ਪਾਰਟੀ ਤੋਂ ਬਿਲੋਂਗ ਕਰਦਾ ਹੈ ਇਹਦੇ ਤਾਂ ਗਨਮੈਨ ਲੈ ਲਓ, ਇਹ ਅਕਾਲੀ ਦਲ ਨੂੰ ਬਿਲੋਂਗ ਕਰਦਾ ਹੈ ਇਹਦੇ ਤਾਂ ਗਨਮੈਨ ਲੈ ਲਓ। ਸੋ ਇੱਕ ਜਿਹੜਾ ਇੱਕ ਬਹੁਤ ਅੱਛੇ ਤਰੀਕੇ ਨਾਲ ਸਖਤ ਫੈਸਲੇ ਲੈ ਕੇ ਪੀਸਫੁਲ ਮਾਹੌਲ ਜਿਹੜਾ ਪੰਜਾਬ 'ਚ ਉਹਦੀ ਕਾਮਨਾ ਕਰਦੇ ਹਾਂ। ਦੇਖੋ ਮੈਂ ਇੱਕ ਚੀਜ਼ ਬ੍ਰਦਰ ਨੇ ਬਹੁਤ ਵੱਡੀ ਗੱਲ ਕੀਤੀ ਤੁਹਾਡੇ ਮਾਧਿਅਮ ਰਾਹੀਂ ਕਹਿਣਾ ਚਾਹੂੰਗਾ, ਆਪਾਂ ਇਦਾਂ ਨਾ ਕਰ ਦਈਏ ਗੈਂਗਸਟਰ ਨੇ ਇਹ ਦੇਖੋ ਪੈਦਾ ਕਿੱਥੋਂ ਹੋਏ ਨੇ, ਸਟੇਟ 'ਚੋਂ ਹੋਏ। ਤੁਸੀਂ ਇੰਪਲੋਇਮੈਂਟ ਕੀ ਦੇ ਰਹੇ ਹੋ, ਕੀ ਤੁਸੀਂ ਸਟੇਟ ਦੇ ਵਿੱਚ ਆਪਣਾ ਮਾਹੌਲ ਕਿੱਦਾਂ ਦਾ ਹੈ, ਐਜੂਕੇਸ਼ਨ ਵਾਈਜ਼ ਕੀ ਕਰ ਰਹੀ ਹੈ। ਸਰ ਸਾਨੂੰ ਜਿਹੜਾ ਇੱਕ ਮੇਨ ਸਟਰੀਮ ਹੈ ਨਾ ਉਹ ਸਾਨੂੰ ਖੋਲ੍ਹਣਾ ਪਊਗਾ, ਥੋੜ੍ਹਾ ਜਿਹਾ ਸੌਫਟ ਨਾਲ ਲੋਕਾਂ ਨਾਲ ਹੋਣਾ ਪਏਗਾ। ਸੋ ਮੈਨੂੰ ਇਹ ਲੱਗਦਾ ਹੈ ਮੁੱਖ ਧਾਰਾ 'ਚ ਵਾਪਸ ਆਉਣ ਲਈ ਦੇਖੋ ਕਿਸੇ ਵੀ ਸਟੇਟ ਦੇ ਵਿੱਚ ਉਹ ਭਾਵੇਂ ਪੰਜਾਬ ਦਾ ਟੈਰਰਿਜ਼ਮ ਸੀ ਭਾਵੇਂ ਕਸ਼ਮੀਰ ਹੈ, ਮੇਨ ਸਟਰੀਮ ਲਈ ਥੋੜ੍ਹਾ ਜਿਹਾ ਸੌਫਟ ਕਾਰਨਰ। ਤੁਸੀਂ ਇਹ ਨਹੀਂ ਕਹਿ ਸਕਦੇ ਅਸੀਂ ਇੱਕ ਚੁਟਕੀ 'ਚ ਖਤਮ ਕਰ ਦੇਣਾ, ਨੋ, ਇਹ ਵੇ ਨਹੀਂ ਹੈਗਾ। ਤੁਸੀਂ ਉਹਨਾਂ ਨੂੰ ਕਿੱਦਾਂ ਆਪਾਂ ਉਹਨਾਂ ਨੂੰ ਮੇਨ ਸਟਰੀਮ 'ਚ ਲੈ ਕੇ ਆਉਣਾ, ਉਹਦਾ ਕੀ ਸਿਸਟਮ ਬਣਾਉਣਾ ਹੈ, ਕਿ ਉਹ ਗੈਂਗਸਟਰਸ ਨੇ ਉਹ ਕਿੱਦਾਂ ਪੈਦਾ ਹੋਏ ਨੇ ਸਾਡੇ ਸਿਸਟਮ 'ਚ ਹੋਏ ਨੇ, ਨੰਬਰ 1। ਨੰਬਰ 2, ਬਿਲਕੁਲ ਤੁਸੀਂ ਸਹੀ ਕਿਹਾ ਕਿ ਜਿੱਥੇ ਲੋੜ ਹੈ ਇੱਕ ਪੁਲਿਸ ਆਫੀਸਰਸ ਨਾਲ ਅਸੀਂ ਦੇਖਦੇ ਹਾਂ ਸਰ 15 20 ਮੁਲਾਜ਼ਮ ਐਸਐਸਪੀ ਨਾਲ ਤੁਰੇ ਫਿਰਦੇ ਨੇ। ਉੱਥੇ ਹੀ ਮੈਂ ਆਪ ਸਿੱਧੂ ਦੇ ਮੂਸੇਵਾਲੇ ਦੇ ਘਰੇ ਗਿਆ, ਉੱਥੇ ਸਰ ਦੇਖੋ ਅੱਜ ਗੈਂਗਸਟਰ ਲਾਰੈਂਸ ਬਿਸ਼ਨੋਈ ਹੈ, ਉਹਦੇ ਨਾਲ 150 200 ਬੰਦਾ ਸ਼ੁਕਲਾ ਸਾਹਿਬ ਨਾਲ ਚੱਲਦਾ ਹੈ। ਇੱਕ ਗੈਂਗਸਟਰ ਨੂੰ ਤੁਸੀਂ ਇੰਨਾ ਪਰ ਲੈ ਕੇ ਵੀ ਹਾਂ ਇਹਨੂੰ ਪ੍ਰੋਟੈਕਸ਼ਨ ਕਵਰ ਦੇਣਾ ਹੈ, ਤੇ ਜੇ ਕਿਸੇ ਨੂੰ ਲੋੜ ਹੈ ਜਿੱਥੇ ਲੋੜ ਹੈ ਉੱਥੇ 2 ਦੀ ਜਗ੍ਹਾ ਤੇ ਸਟੇਟ ਨੂੰ 3 ਦੇਣੇ ਚਾਹੀਦੇ ਨੇ। ਕੰਜੂਸੀਆਂ ਨਾ ਕਰੋ, ਕਿਸੇ ਦੀ ਜਾਨ ਤੇ ਨਾ ਖੇਡਿਆ ਜਾਵੇ। ਸੋ ਇਸ ਚੀਜ਼ ਤੇ ਗੌਰ ਕੀਤੀ। ਸ਼ੁਕਲਾ ਸਾਹਿਬ ਇੱਕ ਜਾਂਦਾ ਮੈਂ ਇੱਕ ਚੀਜ਼ ਕਹਿਣੀ ਚਾਹੁੰਦਾ ਵੀ ਸਿੱਧੂ ਮੂਸੇਵਾਲੇ ਦਾ ਤਾਂ ਮਾਮਲਾ ਸੀ ਇੱਕ ਜਿਹੜੀ ਮੈਂ ਉਹਨਾਂ ਦਿਨਾਂ ਦੌਰਾਨ ਵੇਖਿਆ ਕਿ ਸਾਡੇ ਜਥੇਦਾਰ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਇਹ ਚੀਜ਼ ਕੁਮਰ ਸਾਹਿਬ ਪਬਲਿਕ ਡੋਮੇਨ 'ਚ ਵੀ ਆਈ ਸੀ, ਸੋਸ਼ਲ ਮੀਡੀਆ ਤੇ ਵੀ। ਮੈਂ ਸ਼ੁਕਲਾ ਸਾਹਿਬ ਤੁਹਾਡੇ ਚੈਨਲ ਦੇ ਰਾਹੀਂ ਕਹਿਣਾ ਚਾਹੁੰਦਾ ਕਿ ਸਾਡੀ ਸਰਵਉੱਚ ਸਥਾਨ ਤੇ ਜਿੱਥੇ ਉਹ ਜਥੇਦਾਰ ਸਾਹਿਬ ਬੈਠੇ ਨੇ ਉਹਨਾਂ ਦਿਨਾਂ ਦੇ ਦੌਰਾਨ ਬੀਇੰਗ ਏ ਸਿੱਖ, ਪਹਿਲਾਂ ਸਿੱਖਾਂ ਜੀ ਫਿਰ ਉਸ ਤੋਂ ਬਾਅਦ ਅਸੀਂ ਲਾਇਰ ਹਾਂ, ਮੈਨੂੰ ਵੀ ਉਹਨਾਂ ਦਿਨਾਂ ਦੇ ਦੌਰਾਨ 2 ਚੀਜ਼ਾਂ ਹਾਈਲਾਈਟ ਮਤਲਬ ਉਹਨਾਂ ਨੇ ਹੋਈਆਂ, ਇੱਕ ਜਥੇਦਾਰ ਸਾਹਿਬ ਦੀ ਸਿਕਿਉਰਿਟੀ ਤੇ ਦੂਜੀ ਸਿੱਧੂ ਮੂਸੇਵਾਲੇ ਦੀ। ਸੋ ਜਥੇਦਾਰ ਸਾਹਿਬ ਦੀ ਜਿਹੜਾ ਮਾਮਲਾ ਉਹਨਾਂ ਦਾ ਵੀ ਸੀ ਉਹ ਵੀ ਇੱਕ ਬੜਾ ਸੈਂਸਿਟਿਵ ਮੈਟਰ ਸੀ ਕਿ ਉਹਨਾਂ ਨੂੰ ਤਾਂ ਸਗੋਂ ਜਿਹੜੀਆਂ ਸਰਕਾਰਾਂ ਆਉਂਦੀਆਂ ਉਹਨਾਂ ਨੂੰ ਪੁੱਛਣਾ ਚਾਹੀਦਾ ਕਿ ਅਸੀਂ ਤੁਹਾਡੇ ਲਈ ਹੋਰ ਵੱਧ ਕੀ ਕਰ ਸਕਦੇ ਹਾਂ, ਔਰ ਉਹਨਾਂ ਦੀ ਸਿਕਿਉਰਿਟੀ ਲਾ ਕੇ ਇੱਕ ਤਰੀਕੇ ਨਾਲ ਉਹਨੂੰ ਵੀ ਪਬਲਿਕ ਡੋਮੇਨ ਤੇ ਪਾਇਆ ਵੀ ਉਹਨਾਂ ਦੇ ਨਾਲ ਵੀ ਜਿਹੜੇ 4 ਮੁਲਾਜ਼ਮ ਲਾਏ ਸੀ ਜੋ ਅਸੀਂ ਵਾਪਸ ਲੈ ਲਏ। ਸੋ ਜੇਕਰ ਆਪਾਂ ਜਥੇਦਾਰ ਸਾਹਿਬ ਨੂੰ ਵੀ ਅਸੀਂ ਪ੍ਰੋਟੈਕਟ ਨਹੀਂ ਕਰ ਸਕਦੀ ਪੰਜਾਬ ਸਰਕਾਰ, ਔਰ ਉਸ ਤੋਂ ਬਾਅਦ ਉਹਦਾ ਕੀ ਉਹਦਾ ਨਤੀਜਾ ਨਿਕਲਿਆ, ਸਿੱਧੂ ਮੂਸੇਵਾਲੇ ਦਾ ਮਾਮਲਾ ਹੋਇਆ ਔਰ ਉਹਨਾਂ ਨੂੰ ਆਪ ਆਫਰ ਕਰਦੇ ਰਹੇ ਜੀ ਅਸੀਂ ਤੁਹਾਡੀ ਸਿਕਿਉਰਿਟੀ ਵਾਪਸ ਕਰ ਦਿੰਦੇ ਹਾਂ, ਔਰ ਉਹਨਾਂ ਨੇ ਫਿਰ ਸੈਂਟਰ ਗੌਰਮੈਂਟ ਨੇ ਸਿਕਿਉਰਿਟੀ ਦਿੱਤੀ। ਸੋ ਮੇਰੇ ਕਹਿਣ ਤੋਂ ਭਾਵ ਇਹ ਹੈ ਵੀ ਇਹ ਮਾਮਲੇ ਜਿਹੜੇ ਨੇ ਇਹ ਬੜੇ ਸੈਂਸਿਟਿਵ ਇਸ਼ੂਜ਼ ਨੇ, ਇਹ ਫਟਾਫਟ ਐ ਨਹੀਂ ਵੀ ਆਪਾਂ ਫਲਾਣੇ ਦੀ ਸਿਕਿਉਰਿਟੀ ਲਾਤੀ ਜੇ ਆਪਾਂ ਫਲਾਣੇ ਦੀ ਸਿਕਿਉਰਿਟੀ ਲਾਤੀ। ਸੋ ਐਟਲੀਸਟ ਪੰਜਾਬ 'ਚ ਜੇਕਰ ਮਾਹੌਲ ਸ਼ਾਂਤਮਈ ਰੱਖਣਾ ਹੈ ਤਾਂ ਜਿਹੜੇ ਸਖਤ ਫੈਸਲੇ ਨੇ ਉਹ ਸਰਕਾਰ ਨੂੰ ਕਰਨੇ ਪੈਣਗੇ। ਬਹੁਤ ਮਿਹਰਬਾਨੀ ਗੱਲਬਾਤ ਦੇ ਲਈ। ਸੋ ਘੁੰਮਣ ਬ੍ਰਦਰਸ ਇਸ ਵੇਲੇ ਸਾਡੇ ਨਾਲ ਖਾਸ ਗੱਲਬਾਤ ਕਰ ਰਹੇ ਸੀ ਕਿਉਂਕਿ ਦੱਸ ਦੇਣਾ ਚਾਹੁੰਦੇ ਹਾਂ ਆਪਣੇ ਦਰਸ਼ਕਾਂ ਨੂੰ ਕਿਉਂਕਿ ਬੇहद ਅਹਿਮ ਫੈਸਲਾ ਸਰਕਾਰ ਦੇ ਖਿਲਾਫ ਹੀ ਆ ਕਹਿ ਲਓ, ਸਰਕਾਰ ਦੀ ਜਿਹੜੀ ਉਹ ਨੀਤੀ ਸੀਗੀ ਉਸ ਨੂੰ ਲੈ ਕੇ ਆਇਆ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਵੱਡਾ ਫੈਸਲਾ ਲਿਆ। ਦੱਸ ਦੇਣਾ ਚਾਹੁੰਦੇ ਹਾਂ ਇੰਨੀ ਕਰੀਬ 30 ਪੰਨਿਆਂ ਤੋਂ ਜ਼ਿਆਦਾ ਦਾ ਇਹ ਫੈਸਲਾ ਹੈ ਜਿਹੜਾ ਕਿ ਮਾਣਯੋਗ ਪੰਜਾਬ ਐਂਡ ਹਰਿਆਣਾ ਕੋਰਟ ਨੇ ਸੁਣਾਇਆ। ਉਹਦੇ ਵਿੱਚ ਬਹੁਤ ਬਾਰੀਕੀ ਨਾਲ ਘੁੰਮਣ ਬ੍ਰਦਰਸ ਜਿਹੜੇ ਐਡਵੋਕੇਟ ਨੇ ਉਹਨਾਂ ਨੇ ਦੱਸਿਆ ਕਿ ਹਰ ਇੱਕ ਜਿਹੜੇ ਨੇ ਉਹਨਾਂ ਨੂੰ ਇੱਕ ਗਨਮੈਨ ਜ਼ਰੂਰ ਅਲਾਟ ਕੀਤਾ ਜਾਊਗਾ। ਉਸ ਤੋਂ ਬਾਅਦ ਥ੍ਰੈਟ ਕਿ ਉਹਨਾਂ ਨੂੰ ਕਿੰਨਾ ਥ੍ਰੈਟ ਹੈ ਉਹ ਚੀਜ਼ ਜਿਹੜੀ ਹੈ ਉਸ ਤੋਂ ਬਾਅਦ ਚਾਹੇ ਉਹ 2 ਹੋਣ 4 ਹੋਣ 6 ਹੋਣ 8 ਹੋਣ ਕਿਸ ਤਰ੍ਹਾਂ ਦੀ ਉਹਨਾਂ ਕਿਉਂਕਿ ਹਰ ਇੱਕ ਚਾਹੇ ਉਹ ਐਮਐਲਏ ਹੋਵੇ, ਮੰਤਰੀ ਹੋਵੇ, ਸਾਬਕਾ ਮੰਤਰੀ ਹੋਵੇ, ਹਰ ਇੱਕ ਪੰਜਾਬ ਦੇ ਜਿਹੜੇ ਨਾਗਰਿਕ ਨੇ ਉਹਨਾਂ ਨੂੰ ਸੁਰੱਖਿਆ ਯਕੀਨੀ ਬਣਾਉਣੀ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ। ਸੋ ਕੋਰਟ ਨੇ ਫੈਸਲਾ ਲਿਆ ਤਾਂ ਇਹ ਕੋਰਟ ਦੇ ਫੈਸਲੇ ਨਾਲ ਕਿਤੇ ਨਾ ਕਿਤੇ ਸਰਕਾਰ ਨੂੰ ਵੀ ਸੋਚਣਾ ਚਾਹੀਦਾ ਕਿ ਬਹੁਤ ਸਾਰੀਆਂ ਚੀਜ਼ਾਂ ਜੋ ਸੀਕ੍ਰੇਟ ਹੁੰਦੀਆਂ ਉਹ ਪਬਲਿਕ ਡੋਮੇਨ 'ਚ ਨਹੀਂ ਆਉਣੀਆਂ ਚਾਹੀਦੀਆਂ। ਕੈਮਰਾਮੈਨ ਰੋਸ਼ਨ ਦੇ ਨਾਲ ਗਗਨ ਸ਼ੁਕਲਾ, ਡੇਲੀ ਪੋਸਟ ਪੰਜਾਬੀ।